ਅਸੀਂ ਜਾਣਦੇ ਛੋਟੇ ਮੋਟੇ ਸਮਾਜਿਕ ਕਾਰਜਕਰਤਾ ਔਰ ਮੋਦੀ ਜੀ ਸਾਨੂੰ ਜਾਣਦੇ ਨੇ ਅੰਦੋਲਨ ਜੀਵੀ ਕਰਕੇ। ਅੱਜ ਮੂੰਹ ਲਗਾ ਕੇ ਮਾਸਕ ਪਾ ਕੇ ਤੁਰੇ ਫਿਰਦੇ ਆ ਕਿ ਕਿਸ ਤਰੀਕੇ ਨਾਲ ਕੋਈ ਪਛਾਣ ਨਾ ਲਵੇ ਜਿਨ੍ਹਾਂ ਨੂੰ ਅਸੀਂ किस तरीके ਦੇ ਸਵਾਲ ਕੀਤੇ ਸੀ। अपना पे किसान मानता हूँ और किसानी कोई बिरादरी नहीं होती, ना ही वो हिंदू होता ना ही वो मुसलमान होता है। किसान तो बस किसान। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ। ਮੈਂ ਹਾਂ ਰਾਜਦੀਪ ਸਿੰਘ। ਇਸ ਟਾਈਮ ਗਾਜੀਪੁਰ ਬਾਰਡਰ ਦੇ ਉੱਤੇ ਮੌਜੂਦ ਹਾਂ। 1 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਕਿਸਾਨਾਂ ਦੀ ਘਰ ਵਾਪਸੀ ਦੇ ਵੱਡੇ ਐਲਾਨ ਵੀ ਹੋ ਚੁੱਕੇ ਨੇ। ਇਤਿਹਾਸਿਕ ਜਿੱਤ ਦਾ ਦਿਨ ਅੱਜ। ਤਾਂ ਸਾਡੇ ਨਾਲ ਡਾਕਟਰ ਰੀਤੂ ਮੌਜੂਦ ਨੇ ਤੇ ਉਹਨਾਂ ਨਾਲ ਵਲੰਟੀਅਰ ਮੌਜੂਦ ਨੇ ਜਿਨ੍ਹਾਂ ਨੇ ਪਿਛਲੇ 1 ਸਾਲ ਤੋਂ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਉਹ ਸਾਰੀਆਂ ਦੁੱਖ ਤਕਲੀਫਾਂ ਝੱਲੀਆਂ ਨੇ ਜਿਹੜੀਆਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਝੱਲਣੀਆਂ ਪਈਆਂ ਤੇ ਡਟ ਕੇ ਖੜੇ ਰਹੇ ਨੇ। ਅੱਜ ਇਤਿਹਾਸਿਕ ਜਿੱਤ ਦੇ ਵਿੱਚ ਉਹਨਾਂ ਨਾਲ ਖੁਸ਼ੀ ਦੇ ਪਲਾਂ ਨਾਲ ਸਾਂਝਾ ਕਰਾਂਗੇ। ਪਿਛਲੇ 1 ਸਾਲ ਦੀਆਂ ਗੱਲਾਂ ਬਾਤਾਂ ਕਰਾਂਗੇ, ਕਿਹੜੀਆਂ ਦੁੱਖ ਤਕਲੀਫਾਂ ਨੇ ਝੱਲੀਆਂ ਨੇ ਉਹਨਾਂ ਨੇ। ਪਹਿਲਾਂ ਸਵਾਗਤ ਕਰ ਲੈਂਦੇ ਉਹਨਾਂ ਦਾ। ਮੈਮ ਸਤਿ ਸ਼੍ਰੀ ਅਕਾਲ ਜੀ। ਸਵਾਗਤ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਸਵਾਗਤ ਤੁਹਾਡਾ ਵੀ ਜੀ। ਮੈਮ ਪਹਿਲਾਂ ਤਾਂ ਆਪਣੇ ਬਾਰੇ ਇੰਟਰੋਡਕਸ਼ਨ ਦੇ ਦਿਓ ਨਾ, ਕਿਸ ਤਰ੍ਹਾਂ ਤੁਸੀਂ ਇੱਥੇ ਆਏ ਸੀਗੇ, ਠੀਕ ਹੈ, ਆਪਣਾ ਨਾਮ ਵਗੈਰਾ ਦੱਸ ਦਿਓ। ਠੀਕ ਹੈ ਜੀ, ਮੇਰਾ ਨਾਮ ਤਾਂ ਡਾਕਟਰ ਰੀਤੂ ਹੈਗਾ ਪਹਿਲੀ ਗੱਲ। ਤੇ ਅਸੀਂ ਜਾਣਦੇ ਛੋਟੇ ਮੋਟੇ ਸਮਾਜਿਕ ਕਾਰਜਕਰਤਾ ਔਰ ਮੋਦੀ ਜੀ ਸਾਨੂੰ ਜਾਣਦੇ ਨੇ ਅੰਦੋਲਨ ਜੀਵੀ ਕਰਕੇ। ਠੀਕ ਹੈ, ਕਿਉਂਕਿ ਅਸੀਂ ਅੰਦੋਲਨਕਾਰੀ ਸੀਗੇ, ਅੰਦੋਲਨ ਕਰਦੇ ਸੀਗੇ। ਜੇ ਗਲਤ ਸਟ੍ਰੈਟਜੀਆਂ ਲੈ ਕੇ ਆਓਗੇ, ਤੁਹਾਡਾ ਪਾਲਿਸੀ ਗਲਤ ਲੈ ਕੇ ਆਓਗੇ ਜਿਹੜੇ ਇੱਕ ਨਾਰਮਲ ਜਨਤਾ ਦੇ ਵੈਲਫੇਅਰ ਦੇ ਖਿਲਾਫ ਹੋਏਗੀ, ਤੇ ਅਸੀਂ ਅੰਦੋਲਨ ਕਰਾਂਗੇ, ਪ੍ਰੋਟੈਸਟ ਕਰਾਂਗੇ। ਤੇ ਮੋਦੀ ਜੀ ਅੰਦੋਲਨਕਾਰੀਆਂ ਨੂੰ ਅੰਦੋਲਨ ਜੀਵੀ ਕਹਿਤਾ, ਤੇ ਤੁਸੀਂ ਵੀ ਰੀਤੂ ਸਿੰਘ ਅੰਦੋਲਨ ਜੀਵੀ ਕਹਿ ਦਿਓ, ਭਾਵੇਂ ਉਹਨਾਂ ਨੂੰ ਖੁਸ਼ ਕਰਨ ਲਈ। ਐਨੀਵੇਜ਼, ਜਿੱਦਾਂ ਤੁਸੀਂ ਕਿਹਾ ਕਿ ਅੱਜ ਮੈਂ ਲਿਟਰਲੀ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਨ 에ਅਰ ਦਾ। ਲਿਟਰਲੀ ਜਿਹੜੀ ਤੁਹਾਡੀ ਕਵਰੇਜ ਸੀਗੀ ਥਰੂ ਆਊਟ ਦਾ ਅੰਦੋਲਨ, ਮਤਲਬ ਕਈ ਵਾਰੀ ਇੱਦਾਂ ਲੱਗਦਾ ਸੀਗਾ ਅੱਛਾ ਇਹ ਇਨਫੋਰਮੇਸ਼ਨ ਦੇਖਣੀ ਹੈਗੀ ਹੈ, ਕਿਉਂਕਿ ਅਸੀਂ ਜੇ ਇੱਕ ਬਾਰਡਰ ਤੇ ਬੈਠੇ ਹਾਂ ਗਾਜ਼ੀਪੁਰ ਤੇ, ਦੂਜੇ ਤੇ ਨਹੀਂ ਜਾ ਸਕਦੇ, ਤੀਜੇ ਤੇ ਨਹੀਂ ਜਾ ਸਕਦੇ। ਸਾਡੀ ਵੀ ਇੱਕ ਲਿਮਿਟੇਸ਼ਨਸ ਹੈਗੀ, ਰਾਈਟ। ਜਾਂ ਤਾਂ ਰਸਤਾ ਬੰਦ ਕੀਤਾ ਹੋਇਆ ਹੈ ਕਿਸਾਨਾਂ ਨੇ, ਨਹੀਂ ਸਰਕਾਰ ਨੇ। ਮੈਂ ਪਹਿਲੇ ਕਲੀਅਰ ਕਰਦਾ, ਉਸ ਵਜ੍ਹਾ ਨਾਲ ਤੁਹਾਡੇ ਲਈ ਡਿਸਟੈਂਸ ਬਹੁਤ ਜ਼ਿਆਦਾ ਪੈ ਜਾਂਦਾ ਸੀਗਾ, ਰਾਈਟ। ਬਟ ਜੇ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਸੀ ਕਿ ਅੱਛਾ ਜੀ ਠੀਕ ਹੈ ਔਨ 에ਅਰ 'ਚ ਚੈੱਕ ਕਰ ਲਓ ਕੀ ਹੋ ਰਿਹਾ ਹੈ, ਕੀ ਅਪਡੇਟਸ ਹੈਗੀਆਂ। ਔਨ 에ਅਰ ਦੇ ਫੈਨ ਲੱਗਦੇ। ਹਾਂ ਬਿਲਕੁਲ ਹੈਗੇ, ਕਿਉਂ ਨਹੀਂ ਹੈਗੇ। ਮੈਨੂੰ ਤਾਂ ਲੱਗਦਾ ਸਾਰੇ ਹੀ ਹੈਗੇ। ਔਰ ਤੁਹਾਡੇ ਚੈਨਲ ਨੂੰ ਮੈਨੂੰ ਲੱਗਦਾ ਕਿ ਹੋਰ ਪੰਜਾਬੀਆਂ ਨੇ ਕਿ ਵਰਲਡ ਵਾਈਡ ਫੋਲੋ ਕਰਨਾ ਚਾਹੀਦਾ ਐਕਚੁਅਲ ਇਨਫੋਰਮੇਸ਼ਨ ਲਈ, ਕਿਉਂਕਿ ਤੁਸੀਂ ਸੱਚ ਨੂੰ ਬਾਹਰ ਦੱਸਿਆ। ਯੂ ਕੈਨ ਨਾਟ ਐਕਸਪੈਕਟ ਫਰੋਮ ਦ ਗੋਦੀ ਮੀਡੀਆ ਵਿਚ ਇਜ਼ ਮੋਦੀ ਮੀਡੀਆ, ਜਿਹੜੀ ਮੋਦੀ ਦੀ ਗੋਦੀ 'ਚ ਬੈਠੀ ਹੈ, ਤੁਹਾਨੂੰ ਸੱਚਾਈ ਦੱਸੇਗੀ, ਰਿਐਲਿਟੀ ਦੱਸੇਗੀ, ਰਾਈਟ। ਉਹਨੇ ਨਹੀਂ ਦੱਸੀ। ਤੇ ਤੁਸੀਂ ਲੋਕੀ ਆਪਣੀ ਜਾਨ ਤੇ ਖੇਲ ਕੇ ਆਪਣੇ ਦਿਨ ਰਾਤ, ਜਿਵੇਂ ਸਾਡੇ ਕਿਸਾਨ ਭਾਈ ਬੈਠੇ ਰਹੇ, ਭੈਣਾਂ ਬੈਠੀਆਂ ਰਹੀਆਂ, ਬੇਬੇ ਬਾਪੂ ਜੀ ਬੈਠੇ ਰਹੇ, ਨਾ ਉਹਨਾਂ ਨੇ ਤੂਫਾਨ ਦੇਖਿਆ, ਨਾ ਠੰਡ ਦੇਖੀ, ਨਾ ਆਂधी ਦੇਖੀ, ਬੈਠੇ ਰਹੇ ਦਿਨ ਰਾਤ। ਧੁੱਪ ਹੈ, ਮੀਂਹ ਪੈ ਰਿਹਾ ਹੈ ਜਾਂ ਲੂ ਪੈ ਰਿਹਾ, ਸੀਤ, ਕੁਝ ਨਹੀਂ ਦੇਖਿਆ, ਇੱਥੇ ਦਿਨ ਰਾਤ ਬੈਠੇ ਰਹੇ। ਤੇ ਇਹ ਸਾਰਿਆਂ ਦਾ ਕੰਟਰੀਬਿਊਸ਼ਨ ਹੈ ਨਾ, ਕਿਸੇ ਦੇ ਇੱਕ ਦੇ ਕੰਟਰੀਬਿਊਸ਼ਨ ਨਾਲ ਨਹੀਂ ਹੋਇਆ, ਕਿਸੇ ਦੇ ਇੱਕ ਦੇ ਜਜ਼ਬੇ ਨਾਲ ਨਹੀਂ ਹੋਇਆ, ਸਾਰਿਆਂ ਆਪਣਾ ਇਹਦੇ ਵਿੱਚ ਯੋਗਦਾਨ ਪਾਇਆ। ਇਸੇ ਤਰ੍ਹਾਂ ਮੈਂ ਆਈ ਐਮ ਲਿਟਰਲੀ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਅੱਜ ਅੰਦੋਲਨ ਦਾ ਸੈਕਿੰਡ ਲਾਸਟ ਡੇ ਹੈ, ਸਾਨੂੰ ਕਵਰ ਕਰ ਰਹੇ ਹੋ। 10 ਤਾਰੀਖ ਇਤਿਹਾਸਿਕ ਦਿਨ, 10 ਤਾਰੀਖ 10 ਦਸੰਬਰ 2021 ਨੂੰ ਤੁਸੀਂ ਸਾਨੂੰ ਕਵਰ ਕਰਿਓ। ਕੱਲ ਆਖਰੀ ਦਿਨ ਹੈਗਾ। ਐਂਡ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਈਜ਼ੀ ਹੈਗਾ ਸਾਡੇ ਲਈ ਨਾ। ਅਸੀਂ ਸੋਸ਼ਲ ਐਕਟਿਵਿਸਟ ਹੈਗੇ। ਮੇਰਾ ਪਹਿਲਾ ਦਿਨ ਜਿਹੜਾ ਸੀਗਾ, ਮੈਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੋਇਆ ਹੈ। ਪਹਿਲਾ ਦਿਨ 3 ਦਸੰਬਰ ਸੀਗਾ, ਸੌਰੀ, ਜਿੱਦਾਂ ਅਸੀਂ ਸਿੰਘੂ ਬਾਰਡਰ ਤੇ ਗਏ ਸੀਗੇ। 26 ਨੂੰ ਇਹ ਲੋਕ ਆਏ ਸੀਗੇ, ਅਵੇਅਰਨੈਸ ਫੈਲ ਰਹੀ ਸੀ ਕੁਝ ਹੋ ਰਿਹਾ, ਪੁਲਿਸ ਨੇ ਬੈਰੀਕੇਡ ਲਾਤੇ। ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਜਾਣ ਦੀ, ਬਟ ਛੁਪਾ ਕੇ ਕਿਸ ਤਰ੍ਹਾਂ ਵੀ ਅਸੀਂ ਪਹੁੰਚੇ। ਜਦ ਅਸੀਂ ਉੱਥੇ ਪਹੁੰਚਿਆ, ਅਸੀਂ ਦੇਖਿਆ ਓ ਮਾਈ ਗੋਡ, ਆਹ ਅੰਦੋਲਨ, ਮਤਲਬ ਡਿਫਰੈਂਟ ਪਟਕਿਆਂ ਦਾ ਕਲਰ, ਡਿਫਰੈਂਟ ਤੁਹਾਡੀ ਕੀ ਕਹਿੰਦੇ ਨੇ ਡਰੈਸ ਅਪ ਅਲੱਗ ਹੈਗਾ, ਬੋਲੀ ਅਲੱਗ। ਬਟ ਉੱਥੇ ਆ ਗਏ ਅੱਧੇ ਲੋਕੀ ਤੇ ਦਿੱਲੀ ਤੋਂ 1 ਮਹੀਨੇ ਦੇ ਬਾਅਦ ਜਾਂ ਵਿੱਚ ਜਾਣਾ ਸ਼ੁਰੂ ਹੋ ਗਏ ਕਿ ਚਲੋ ਮੇਲਾ ਦੇਖ ਕੇ ਆਈਏ। ਇੰਨਾ ਰੌਣਕ ਮੇਲਾ ਸੀਗਾ। ਉਹੀ ਚੀਜ਼ ਸੀਗੀ ਕਿ ਇਸ ਅੰਦੋਲਨ 'ਚ ਬਹੁਤ ਸਾਰੇ ਐਸੇ ਚਿਹਰੇ ਸੀਗੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਗਲਿਸ਼ ਅਨਸੰਗ ਹੀਰੋਜ਼। ਅਨਸੰਗ ਹੀਰੋਜ਼ ਅੱਜ ਤੁਸੀਂ ਦੇਖ ਲਓ ਫਰੇਮ ਦੇ ਵਿੱਚ ਹੈਗੇ ਬੈਠੇ ਹੋਏ, ਜਿਨ੍ਹਾਂ ਕੋਲ ਸ਼ਾਇਦ ਹੀ ਕੁਛ ਇਹੋ ਜਿਹੇ ਵੀ ਇੱਥੇ ਹੈਗੇ ਜਿਨ੍ਹਾਂ ਨੂੰ ਟੈਕਨੋਲੋਜੀ ਦੇ ਬਾਰੇ ਨਹੀਂ ਪਤਾ ਨਾ। ਠੀਕ ਹੈ, ਬਸ YouTube ਖੋਲ੍ਹ ਲਿਆ, ਚਲਾ ਲਿਆ, ਨਾ ਇੰਸਟਾਗ੍ਰਾਮ ਦਾ ਪਤਾ, ਨਾ ਫੇਸਬੁੱਕ ਦਾ ਪਤਾ, ਨਾ ਇਹ ਪਤਾ ਕਿ ਆਪਣੀ ਪਬਲਿਸਿਟੀ ਕਿੱਦਾਂ ਕਰਨੀ ਹੈ ਜਾਂ ਅੰਦੋਲਨ ਤੇ ਆਉਣਾ, ਇਹ ਉਹ ਸਾਰੀ ਚੀਜ਼ਾਂ। ਇਹ ਉਹ ਵੀਰ ਹੈਗੇ, ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਆਹ ਇੱਕ ਮੁੰਡਾ ਬੈਠੇ ਦੇਖੋ, ਪਿੱਛੇ ਛੁਪ ਕੇ ਬਹਿ ਗਿਆ, ਪਰਮ। ਠੀਕ ਆ, ਆਹ ਡੇ 1 ਤੋਂ ਇੱਥੇ ਹੈਗਾ, ਡੇ 1 ਤੋਂ ਸੇਵਾ ਕਰ ਰਿਹਾ। ਇਹਨਾਂ ਦੇ ਪਿੱਛੇ ਵਿੱਚ ਤਬੀਅਤ ਵੀ ਖਰਾਬ ਹੋਈ, ਬਿਮਾਰ ਵੀ ਹੋਏ, ਜਾ ਕਰ ਆ ਜਾਣਾ। ਆਹ ਵੋਲੰਟੀਅਰ ਉਹ ਹੈਗਾ ਜਿਨ੍ਹਾਂ ਨੂੰ ਕੋਈ ਐਕਸਪੈਕਟੇਸ਼ਨਸ ਨਹੀਂ ਹੈਗੀ ਕਿ ਸਾਨੂੰ ਨਾ ਮਿਲੇ, ਨੇਮ ਮਿਲੇ, ਫੇਮ ਮਿਲੇ, ਬਟ ਲਿਟਰਲੀ ਔਨ 에ਅਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰਿਆਂ ਨੂੰ ਫਰੇਮ ਵਿੱਚ ਲਿੱਤਾ, ਇਹਨਾਂ ਦਾ ਧੰਨਵਾਦ। ਇਹਨਾਂ ਬੱਚਿਆਂ ਦਾ ਲਿਟਰਲੀ, ਇਹਨਾਂ ਨੇ ਆ ਕੇ ਜੇ ਟੈਂਟ ਟੁੱਟੇ, ਆਪ ਹੱਥਾਂ ਨਾਲ ਟੈਂਟ ਬਣਾਏ, ਲੰਗਰ ਵੰਡਿਆ, ਇੱਥੇ ਸੇਵਾ ਕੀਤੀ।
ਤੇ ਬਾਹਰੋਂ ਸੇਵਾ ਆਈ, ਮੇਕ ਸ਼ੋਰ ਕੀਤਾ ਕਿ ਹਰ ਕਿਸੇ ਕੋਲ ਕੰਬਲ ਹੈਗਾ, ਠੰਡ ਵਿੱਚ ਰਜਾਈ ਹੈਗੀ, ਬਿਸਤਰ ਹੈਗੇ। ਦੈਨ ਆਹ ਮੁੰਡਾ ਤੁਸੀਂ ਮੇਰੇ ਲੈਫਟ 'ਚ ਦੇਖ ਲਓ, ਇਹਦਾ ਨਾਂ ਹੈਗਾ ਅਬਦੁਲ। ਸਰਕਾਰ ਕੀ ਕਰਦੀ ਆ ਜੇ? ਚੁਣਾਵ ਆ ਗਏ ਤੇ ਹਿੰਦੂ ਮੁਸਲਿਮ ਵਿੱਚ ਨਫ਼ਰਤ ਪਵਾਤੀ, ਹਿੰਦੂ ਮੁਸਲਿਮ ਕਰਤਾ, ਹਿੰਦੂ ਸਿੱਖ ਕਰਤਾ, ਮੁਸਲਿਮ ਸਿੱਖ ਕਰਤਾ, ਲੜਾਈ ਪਾਤੀ। ਬਟ ਇਹਦਾ ਨਾਂ ਹੈਗਾ ਅਬਦੁਲ ਖਾਨ, ਠੀਕ ਆ, ਅਬਦੁਲ ਚੌਧਰੀ ਸੌਰੀ। ਇਸ ਬੰਦੇ ਨੇ ਅੰਦੋਲਨ ਦੇ ਡੇ 1 ਚੋਂ ਦੁੱਧ ਦੀ ਸੇਵਾ ਕੀਤੀ ਅੰਦੋਲਨ ਤੇ। ਤੁਸੀਂ ਮੰਨ ਨਹੀਂ ਸਕਦੇ, ਅੱਜ ਮੈਂ ਕੁਝ ਨਹੀਂ ਕਹਿਣਾ, ਮੈਂ ਚਾਹੁੰਦੀ ਹਾਂ ਔਨ ਏਅਰ ਨਾ ਆਹ ਚੀਜ਼ਾਂ ਨੂੰ ਹਾਈਲਾਈਟ ਕਰੀਏ, ਕਿਉਂਕਿ ਤੁਸੀਂ ਬੇਸਿਕ ਚੀਜ਼ਾਂ ਦੱਸਦੇ ਹੋ। ਹਾਲੇ ਤੱਕ ਜੇ ਤੁਸੀਂ ਮੋਟਾ ਕੈਲਕੂਲੇਟ ਕਰੋਗੇ ਨਾ, ਇਹਨਾਂ ਦੀ ਦੁੱਧ ਦੀ ਸੇਵਾ, ਇਹਨਾਂ ਦੀ ਡੇਅਰੀ ਹੈਗੀ ਆਪਣੀ 10 ਲੱਖ ਤੋਂ ਉੱਪਰ ਹੋ ਚੁੱਕੀ ਹੈ। ਅਸੀਂ ਇੱਕ ਦਿਨ ਕੈਲਕੂਲੇਟ ਕਰ ਰਹੇ ਸੀਗੇ। ਬਟ ਦੀਜ਼ ਆਰ ਕਾਲਡ ਅਨਸੰਗ ਹੀਰੋਜ਼। ਪਲੀਜ਼ ਸਪੈਮ ਦ ਕੈਮਰਾ। ਨੋਬਡੀ, ਇਹਨਾਂ ਨੂੰ ਇਹ ਨਹੀਂ ਹੈਗਾ ਕਿ ਸਾਡੇ ਕਿਤੇ ਇੰਪੋਰਟੈਂਸ ਆਈ ਹੈ, ਸਾਡੇ ਬਾਰੇ ਕੁਝ ਅੱਗੇ ਪਤਾ ਚੱਲੇ, ਇਹ ਸਾਡਾ ਕੋਈ ਨਾ ਹੋਏ। ਨੋ, ਸਾਇਲੈਂਟਲੀ ਸੇਵਾ ਕਰਨੀ ਹੈ। ਫਿਰ ਯੋਗਦਾਨ ਖਾਲੀ ਉਹਨਾਂ ਦਾ ਨਹੀਂ ਹੈ ਜਿਹੜੇ ਮੀਡੀਆ ਤੇ ਬਹੁਤ ਹਾਈਲਾਈਟਡ ਹੈਗੇ। ਅਵਾਰਡ ਦੇ ਹੱਕਦਾਰ ਖਾਲੀ ਉਹ ਹੀ ਨਹੀਂ ਹੈ ਜਿਹੜੇ ਮੀਡੀਆ ਤੇ ਹਾਈਲਾਈਟ ਹੈਗੇ, ਜਾਂ ਜਿਨ੍ਹਾਂ ਨੂੰ ਬੋਲਣਾ ਆਉਂਦਾ ਹੈ, ਜਾਂ ਮੈਂ ਹੈਗੀ ਜੋ ਬੋਲ ਸਕਦੀ ਆ ਲੋਕੀ, ਆ ਵੀਰ ਜੀ, ਆ ਡੇ 1 ਤੋਂ ਬੈਠੇ ਨੇ, ਇਹਨਾਂ ਦੇ ਵੀ ਆਪਣੀ ਘਰ ਫੈਮਿਲੀ ਹੋਣੀ। ਉਹ ਦੇਖ ਲਓ, ਪੈਨ ਕਰ ਲਓ ਹੈਰੀ ਤੇ ਕੈਮਰਾ, ਆ ਸਾਰੇ ਜਿਹੜੇ ਹੈਗੇ ਨਾ, ਇਹਨਾਂ ਦਾ ਉਹ ਯੋਗਦਾਨ ਹੈਗਾ। ਇੱਕ ਉਹ ਹੁਣ ਉੱਥੇ ਪਿੱਛੇ ਤੰਬੂ ਪੁੱਟ ਰਿਹਾ ਸੀਗਾ, ਇਹ ਉਹ ਲੋਕੀ ਹੈਗੇ, ਯੂਥ, ਜਿਨ੍ਹਾਂ ਦਾ ਵੀ ਐਸਪਾਇਰ ਟੂ ਸੀ ਕਿ ਇਹ ਸਾਡੇ ਫਿਊਚਰ ਜਨਰੇਸ਼ਨਸ ਹੈਗੀ, ਸਾਡੇ ਦੇਸ਼ ਲਈ ਕੁਝ ਕਰਨਗੇ। ਬਟ ਇਸ ਅੰਦੋਲਨ 'ਚ ਆ ਕੇ ਆਪਣਾ ਯੋਗਦਾਨ ਦੇ ਕੇ ਦੱਸਤਾ ਕਿ ਇਹ ਉਹ ਸਰਕਾਰ ਜਿਹਨੂੰ ਕਹਿੰਦੇ ਮਨਮਾਨੀ ਸਰਕਾਰ, ਹਕੂਮਤ ਦੀ ਸਰਕਾਰ, ਡਿਕਟੇਟਰ, ਕਹਿੰਦੇ ਰੂਲਰ, ਉਹਨੂੰ ਕਿੱਦਾਂ ਝੁਕਾਉਣਾ ਹੈਗਾ, ਝੁਕਾ ਕੇ ਦੱਸਤਾ ਕਿਹਨਾਂ ਨੇ? ਇਹਨਾਂ ਅਨਸੰਗ ਹੀਰੋਜ਼ ਨੇ ਜੀ। ਹੋਰਾਂ ਨੂੰ ਨੌਜਵਾਨਾਂ ਨੂੰ ਅਕਸਰ ਹੀ ਸਰਕਾਰਾਂ ਵੱਲੋਂ ਵੱਡੇ ਧੱਬੇ ਦਿੱਤੇ ਜਾਂਦੇ ਨੇ, ਕਿਹਾ ਜਾਂਦਾ ਗੈਂਗਸਟਰ, ਅੱਤਵਾਦੀ ਜਾਂ ਨਸ਼ੇੜੀ, ਵੇਲੇ ਨਕੰਮੇ। ਉਹਨਾਂ ਨੂੰ ਕਿਵੇਂ ਦੇਖਦੇ ਹੋ ਅੱਜ? ਕਿਉਂਕਿ ਕਿਸਾਨੀ ਅੰਦੋਲਨ ਇੱਕ ਅੰਦੋਲਨ ਆ ਜਿਹਦੇ ਵਿੱਚ ਨੌਜਵਾਨ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ, ਕਿਉਂਕਿ ਜੇ ਨੌਜਵਾਨ ਨਾ ਹੁੰਦੇ ਸ਼ਾਇਦ ਸਾਡੇ ਬਜ਼ੁਰਗ ਵੀ ਇੰਨਾ ਸਮਾਂ ਨਾ ਬੈਠ ਪਾਉਂਦੇ, ਕਿਉਂਕਿ ਵੱਡੀਆਂ ਉਮਰਾਂ ਨੇ, ਤਬੀਅਤਾਂ ਢਿੱਲੀਆਂ ਹੋ ਜਾਂਦੀਆਂ ਨੇ, ਸਭ ਮਜਬੂਰੀਆਂ ਬਣ ਜਾਂਦੀਆਂ। ਦੇਖੋ ਜੀ, ਆ ਵਾਈਸ ਵਰਸਾ ਰਿਲੇਸ਼ਨ ਹੈ, ਦੋਨੋਂ ਹੀ ਐਸੇ ਉਹ ਚੀਜ਼ ਹੈਗੀ ਜਿਹਦੇ ਕਹਿੰਦੇ ਤਾਲੀ ਦੋਨੋਂ ਹੱਥ, ਇੱਕ ਹੱਥ ਨਾਲ ਨਹੀਂ ਵੱਜਦੀ, ਦੋਨਾਂ ਨਾਲ। ਇਹ ਉਹ ਹੈਗਾ, ਕਿਉਂਕਿ ਇਹ ਮੈਗਨੈਟਿਕ ਉਹ ਇੱਕ ਪਾਵਰ ਸੀਗੀ। ਜੇ ਬਜ਼ੁਰਗ ਨਹੀਂ ਹੁੰਦੇ ਤਾਂ ਅੰਦੋਲਨ ਨਹੀਂ ਚੱਲਣਾ ਸੀਗਾ, ਕਿਉਂਕਿ ਬਜ਼ੁਰਗਾਂ ਤੋਂ ਤੁਸੀਂ ਪੇਸ਼ੈਂਸ ਸਿੱਖਿਆ, ਬਜ਼ੁਰਗਾਂ ਤੋਂ ਤੁਸੀਂ ਹਿੰਮਤ ਦੇਖੀ ਆ, ਕਿੱਦਾਂ ਅੰਦੋਲਨ ਤੇ ਟਿਕੇ ਰਹਿਣਾ, ਬਹਿਣਾ। ਇਸ ਵੇਲੇ ਜੇ ਤੁਸੀਂ ਹੱਲੀ ਵੀ ਤੁਸੀਂ ਜਾ ਕੇ ਦੇਖ ਲਓ, ਬਾਬੇ ਟੈਂਟਾਂ ਵਿੱਚ ਬੈਠੇ ਹੋਏ ਨੇ, ਬੇਬੀਆਂ ਵੀ ਬੈਠੇ ਹੋਏ ਨੇ, ਉਹਨਾਂ ਦੀਆਂ ਜਿਹੜੀਆਂ ਵਾਈਫਸ ਹੈਗੀਆਂ, ਡਾਟਰਸ ਹੈਗੀਆਂ ਜਾਂ ਭੈਣਾਂ ਹੈਗੀਆਂ, ਬੈਠੇ ਆ। ਬੋਥ ਸਾਈਡ ਹੈਗਾ। ਆ ਯੂਥ ਜਿਹੜਾ ਹੈਗਾ, ਇਹਨਾਂ ਦਾ ਜੋਸ਼, ਇਹਨਾਂ ਦੀ ਹਿੰਮਤ, ਇਹਨਾਂ ਦੇ ਅੰਦਰ ਜੋ ਐਨਰਜੀ ਹੈਗੀ, ਔਰ ਜਿਹੜੇ ਸਾਡੇ ਬਜ਼ੁਰਗ ਹੈਗੇ ਉਹਨਾਂ ਦਾ ਹੌਸਲਾ, ਉਹਨਾਂ ਦਾ ਐਕਸਪੀਰੀਅੰਸ, ਦੋਨੋਂ ਤਰਫੋਂ ਚੱਲਦਾ ਆਇਆ। ਡੈਫੀਨੇਟਲੀ ਯੂਥ ਨੂੰ ਗੁੰਮਰਾਹ ਕਰਕੇ ਯੂਥ ਤੇ ਸਿਰ ਤੇ ਹਰ ਚੀਜ਼ ਮੜ ਦੋ। ਜਿੱਦਾਂ 26 ਜਨਵਰੀ ਹੋਈ, 26 ਜਨਵਰੀ 'ਚ ਸਾਡੀ ਟਰਾਲੀ ਸੀਗੀ, ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਪੂਰਾ ਲਾਇਆ ਹੋਇਆ ਸੀਗਾ ਫੋਟੋ, ਨਾਲ ਸੰਵਿਧਾਨ ਦੀ ਫੋਟੋ ਲਾਈ ਸੀ, ਬਿਕਾਜ਼ ਐਜ਼ ਪਰ ਕਨਸਟੀਟਿਊਸ਼ਨ ਟੁਡੇ ਇਜ਼ ਰਿਪਬਲਿਕ ਡੇ। ਸੋ ਰਿਪਬਲਿਕ ਡੇ ਨੂੰ ਦਾਇਰੇ ਵਿੱਚ ਰੱਖ ਕੇ ਅਸੀਂ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਅੱਜ, ਆਪਣਾ ਦਿਖਾ ਕੇ ਕਿ ਅਸੀਂ ਹਰ ਇੱਕ ਚੀਜ਼ ਫਤਿਹ ਕਰ ਸਕਦੇ ਹਾਂ। ਅਸੀਂ ਦਿੱਲੀ ਵੀ ਫਤਿਹ ਕਰ ਸਕਦੇ ਹਾਂ, ਕਿਉਂਕਿ ਸਾਡੇ ਗੁਰੂਆਂ ਪਹਿਲੇ ਵੀ ਕੀਤੀ ਹੋਈ ਹੈ। ਉਹ ਇਹ ਨਹੀਂ ਸੀਗਾ ਕਿ ਅਸੀਂ ਲਾਲ ਕਿਲੇ 'ਚ ਝੰਡਾ ਲਾ ਕੇ ਵੀ ਵਾਂਟ ਟੂ ਸਿੰਬੋਲਾਈਜ਼ ਸਮਥਿੰਗ ਐਲਸ। ਨੋ, ਅਸੀਂ ਵੈਰੀ ਮੱਚ ਲਾਅ ਅਬਾਈਡਿੰਗ ਸਿਟੀਜ਼ਨ ਹੈਗੇ ਇਸ ਕੰਟਰੀ ਦੇ, ਲਾਅ ਨੂੰ ਪਿਆਰ ਕਰਦੇ ਹਾਂ। ਸੋ ਡਜ਼ ਦ ਯੂਥ। ਯੂਥ ਨੇ ਕੋਈ ਬੇਈਮਾਨੀ ਨਹੀਂ ਕੀਤੀ, ਯੂਥ ਨੇ ਕੋਈ ਛਲ ਕਪਟ ਨਹੀਂ ਕੀਤਾ, ਯੂਥ ਨੇ ਕੋਈ ਉਸ ਦਿਨ ਜਾ ਕੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ। ਦੇयर ਵਾਸ ਨਥਿੰਗ ਲਾਈਕ ਦੈਟ, ਕਿਉਂਕਿ ਅਸੀਂ ਫਸਟ ਹੈਂਡ ਵਿਟਨੈਸ ਸੀਗੇ ਉਸ ਅੰਦੋਲਨ ਤੇ। ਮੈਂ ਤੁਹਾਨੂੰ ਦੱਸਦੀ ਹਾਂ, ਉਸ ਦਿਨ ਵੀ ਇਹਨਾਂ ਦਾ ਪੂਰਾ ਤਰੀਕਾ ਸੀਗਾ ਯੂਥ ਨੂੰ ਬਦਨਾਮ ਕਰਨ ਦਾ, ਯੂਥ ਤੇ ਐਲੀਗੇਸ਼ਨਸ ਲਾਉਂਦਾ ਕਿ ਇਹ ਤੇ ਅੱਤਵਾਦੀ ਹੈਗਾ ਜਾਂ ਗੈਂਗਸਟਰ ਹੈਗਾ, ਜਾਂ ਜਿੱਦਾਂ ਪੰਜਾਬ ਦੇ ਯੂਥ ਨੂੰ ਕਹਿ ਦਿਓ ਜੀ ਝੂੜ ਤਾਂ ਪੰਜਾਬ ਨਸ਼ੇੜੀ ਹੈਗਾ ਜਾਂ ਬਾਹਰ ਚਲੇ ਜਾਏਗਾ, ਵਿਜਨਲੈਸ ਹੈਗਾ। ਬਟ ਉਹ ਚਪੇੜਾਂ ਵੱਜੀਆਂ ਨਾ ਇਹਨਾਂ ਦੇ ਮੂੰਹ ਤੇ, ਆ ਬਿੱਲ ਵਾਪਸ ਜਿਹੜੇ ਹੋਏ ਨੇ। ਕਿਉਂ? ਕਿਉਂਕਿ 26 ਤਰੀਕ ਨੂੰ ਪੂਰਾ ਪਲੈਨਿੰਗ ਕਰਕੇ ਆਏ ਸੀਗੇ। ਜਦ ਤੁਸੀਂ ਅੰਦੋਲਨ ਤੋਂ ਤੁਸੀਂ ਦੇਖਿਆ ਹੋਣਾ ਕਿੰਨੇ ਬੈਰੀਕੇਡ ਲੱਗੇ ਨਾ ਅੱਗੇ ਪਿੱਛੇ, ਤੁਸੀਂ ਦੇਖਿਆ ਕਿ ਪੁਲਿਸ ਨੇ ਆਪਣੀ ਇੰਨੀ ਬੈਰੀਕੇਡਿੰਗਸ ਲਾਈਆਂ ਹੈ ਕਿ ਇੰਨਾ ਆਸਾਨ ਨਹੀਂ ਹੈਗਾ ਅੰਦੋਲਨ ਨੂੰ ਟੱਪਣਾ ਜਾਂ ਆ ਪਾਣਾ। 26 ਤਾਰੀਖ ਨੂੰ ਕਿੱਥੇ ਸੀਗੀ ਪੁਲਿਸ? 26 ਤਾਰੀਖ ਨੂੰ ਇੰਨੀ ਸਿਕਿਉਰਿਟੀ ਕਿਉਂ ਨਹੀਂ ਸੀਗੀ? 26 ਤਾਰੀਖ ਨੂੰ ਸਿਕਿਉਰਿਟੀ ਦੇਣਾ ਫਲॉ ਕਿਉਂ ਸੀਗਾ? ਕਿਉਂਕਿ ਜਦ ਸਾਡਾ ਅੰਦੋਲਨ ਦਿੱਲੀ ਦੇ ਵਿੱਚ ਪਹੁੰਚਿਆ ਨਾ ਡਿਫਰੈਂਟ ਬਾਰਡਰਸ ਤੋਂ, ਤਾਂ ਕੀ ਹੋਇਆ ਉਹਦੇ ਵਿੱਚ ਨਾ ਦੇਖਿਆ ਕੋਈ ਸਿਕਿਉਰਿਟੀ ਨਹੀਂ। ਜਿਹੜੇ ਸਾਡੇ ਆਗੂ ਸੀਗੇ ਉਹ ਬਿਲਕੁਲ ਮਿਸਗਾਈਡਡ ਹੋ ਗਿਆ, ਕਿਸੇ ਨੂੰ ਪਤਾ ਹੀ ਨਹੀਂ। ਐਜ਼ ਅ ਯੂਥ ਅਸੀਂ ਸਾਰੇ ਸੀਗੇ, ਸਾਨੂੰ ਪਤਾ ਹੀ ਨਹੀਂ ਲੈਫਟ ਜਾਣਾ, ਰਾਈਟ ਜਾਣਾ, ਕਿੱਥੇ ਜਾਣਾ। ਕੋਈ ਕਹਿ ਰਿਹਾ ਲਾਲ ਕਿਲਾ ਜਾਓ, ਉਹਨਾਂ ਦੇ ਹੀ ਐਂਟੀ ਸੋਸ਼ਲ ਐਲੀਮੈਂਟ ਜਿਹੜੇ ਬੀਜੇਪੀ ਆਰਐਸਐਸ ਦੀ ਗੈਂਗ ਗੁੰਡਾ ਸੰਗਠਨ ਜਿਹੜੇ ਸੀਗੇ ਉਹੀ ਵਿੱਚ ਆ ਕੇ ਅੰਦੋਲਨ ਨੂੰ ਭਟਕਾ ਰਹੇ ਸੀਗੇ। ਅੰਦੋਲਨ ਨੂੰ ਉਹਨਾਂ ਨੇ ਮਿਸਗਾਈਡ ਕੀਤਾ, ਕਹਿੰਦੇ ਜੀ ਲੈਫਟ ਲੈ ਲਓ, ਰਾਈਟ ਲੈ ਲਓ, ਜਾਂ ਲਾਲ ਕਿਲੇ ਚਲੋ, ਸਾਰੇ ਉੱਥੇ ਪਹੁੰਚ ਗਏ ਨੇ। ਤੇ ਉਹ ਸ਼ਰਾਰਤ ਇਹਨਾਂ ਦੀ ਸੀਗੀ। ਬਟ ਯੂਥ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ, ਹਿੰਮਤ ਨਹੀਂ ਛੱਡੀ, ਫਿਰ ਵੀ ਬਹੁਤ ਤਰੀਕੇ ਨਾਲ 26 ਤਰੀਕ ਨੂੰ ਵਾਪਸ ਆਏ। 28 ਤਾਰੀਖ ਨੂੰ ਜੋ ਇਸ ਗਾਜ਼ੀਪੁਰ ਬਾਰਡਰ ਤੇ ਹੋਇਆ ਉਹ ਬੀਜੇਪੀ ਆਰਐਸਐਸ ਦੀ ਗੁੰਡਾਗਰਦੀ ਸੀਗੀ। ਅਸੀਂ ਸਾਰੇ ਥੱਲੇ ਸੀਗੇ। ਤੁਸੀਂ ਕਿਹਾ ਨਾ ਕਿ ਮਾੜਾ ਵਕਤ, ਮੈਂ ਤੁਹਾਨੂੰ ਦੱਸਦੀ ਹਾਂ, ਉਸ ਦਿਨ ਅਸੀਂ ਇੰਨੇ ਟੁੱਟ ਗਏ ਸੀਗੇ ਨਾ, ਇੰਨਾ ਇੱਕ ਡਰ ਮਤਲਬ ਇਸ ਚੀਜ਼ ਦਾ ਨਹੀਂ ਕਿ ਅਸੀਂ ਡਰਦੇ ਹਾਂ ਤੁਹਾਡੇ ਤੋਂ, ਟਰਪੋਕ ਤੋਂ ਕੀ ਡਰਨਾ, ਇਸ ਚੀਜ਼ ਦਾ ਡਰ ਕਿ ਸਾਡੇ
ਜਿਹੜੀ ਇੱਕ ਉਸ ਲਈ 2 ਹੀ ਮਹੀਨੇ ਹੋਏ ਸੀਗੇ ਆ ਮਿਹਨਤ ਜਿਹੜੀ ਹੈਗੀ ਔਰ ਜਿਸ ਸੱਚੀ ਚੀਜ਼ ਲਈ ਅਸੀਂ ਆਏ ਹਾਂ ਕਿਤੇ ਉਹ ਖਤਮ ਨਾ ਹੋ ਜਾਏ ਕਿਤੇ ਉਹ ਅੰਦੋਲਨ ਨਿਸ਼ਾਨਾ ਸੀਗਾ ਜਿਹੜੀ ਮੰਜ਼ਿਲ ਸੀ ਸੋਚ ਕੇ ਆਏ ਸੀ ਉਹ ਲੱਗ ਰਿਹਾ ਸੀ ਕਿਤੇ ਨਾ ਕਿਤੇ ਵੀ ਯਾਰ ਉਹ ਛੁੱਟ ਨਾ ਜਾਵੇ ਹਨਾ ਛੁੱਟ ਨਾ ਜਾਵੇ। ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਭਾਜੀ ਕਿੱਦਾਂ ਉਹ ਇਸ ਕਰਕੇ ਲੱਗ ਰਿਹਾ ਸੀਗਾ ਕਿਉਂਕਿ ਇੱਥੇ ਨਾ ਤੁਸੀਂ ਦੇਖਿਆ ਸੀ ਨਾ ਸਾਰੇ ਹੈਲਮਟ ਪਾਈ ਹੋਈ ਸੀਗੀ ਆਰਐਸਐਸ ਦੇ ਨਾ ਯੰਗ ਜਿਹੜਾ ਕੈਡਰ ਹੈਗਾ ਨਾ ਗੁੰਡਾ ਕੈਡਰ ਠੀਕ ਹੈ ਬੀਜੇਪੀ ਦਾ ਉਹਨਾਂ ਨੇ ਕੀ ਕੀਤਾ ਸੀ ਹੈਲਮਟ ਪਾਈ ਹੋਈ ਆ ਕੋਈ ਬਾਈਕ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਹੱਥ 'ਚ ਡੰਡਾ ਤੇ ਹਾਕੀ ਫੜੀ ਹੋਈ ਹੈ ਤੇ ਆਪਣੇ ਸਿਰ ਤੇ ਹੈਲਮਟ ਪਾਈ ਆਪਣਾ ਬਚਾਅ ਕਰਨ ਲਈ ਪੂਰਾ ਆਲੇ ਦੁਆਲੇ ਘੇਰ ਲਿਆ ਸੀਗਾ ਪੂਰਾ। ਅਸੀਂ ਥੱਲੇ ਬੈਠੇ ਹੋਏ ਸੀ ਅਸੀਂ ਟਿਕੈਤ ਜੀ ਦੀ ਟੀਮ ਨੂੰ ਫੋਨ ਕੀਤਾ ਸੀ ਆਪਣੀ ਗੱਡੀ 'ਚ ਸੀਗੇ ਕਿ ਆ ਇਦਾਂ ਹੋ ਗਿਆ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਗੋਦੀ ਮੀਡੀਆ ਜਿਹੜੀ ਚੀਲ ਕौआ वांग ना आके पूरा कवरेज दे रही है देखिए किसानों को आज भगाया जाएगा किसानों का आज आखिरी दिन है यहाँ पे ये है वो है ये किसान नहीं है आतंकवादी है खालिस्तानी है। पहली गल फिटे मूँह तुहाडे जिन्हां नूं खालिस्तान दा मतलब नहीं पता खालिस मीनस विच इज प्योर तुसीं खालिस्तान नूं आतंकवादी नाल आतंकवादी बना के एक वो नोशन दसता कि आ आतंकवादी हैगे पहला गवारो निकम्मिओ मतलब समझ लो ਉਹਦਾ ਮਤਲਬ ਕੀ ਹੈਗਾ ਫਿਰ ਕਿਸੇ ਨੂੰ ਕਹੋ। ਤੇ ਜਿਹੜੇ ਲੋਕੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੀ ਹਾਂ ਪੰਜਾਬ ਦੀ ਜਨਤਾ ਨੂੰ ਜਿਹੜੇ ਇਸ ਚੀਜ਼ ਨੂੰ ਬੜਾ ਨੈਗੇਟਿਵ ਲਈ ਜਾਂਦੇ ਨਾ ਕਿ ਉਹਨਾਂ ਨੇ ਸਾਨੂੰ ਖਾਲਿਸਤਾਨੀ ਕਹਿੰਦਾ ਸਾਡਾ ਅਪਮਾਨ ਕਰਤਾ ਇਹ ਉਹ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਚੀਜ਼ ਨਹੀਂ ਅਸੀਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦੇ ਬਟ ਟਰਮ ਨੂੰ ਜੇ ਤੁਸੀਂ ਉਹਦਾ ਕੋਨੋਟੇਸ਼ਨ ਜਾਂ ਮਤਲਬ ਸਮਝੋਗੇ ਨਾ ਖਾਲਿਸ ਮੀਨਸ ਪਿਓਰ ਲਾਈਕ ਖਾਲਸਾ you should be proud of being recognized or called as ਖਾਲਿਸ ਜਿਸ ਵਰਡ ਨਾਲ ਖਾਲਿਸ ਜੁੜ ਗਿਆ ਉਹ ਪਿਓਰ ਹੈਗਾ ਡਿਗਨੀਫਾਈਡ ਹੈਗਾ ਉਹਨੂੰ ਤੁਸੀਂ ਜਾਣਬੁੱਝ ਕੇ ਗਲਤ ਦਿਸ਼ਾ ਤੇ ਲੈ ਕੇ ਜਾ ਰਹੇ ਹੋ ਜਾਣਬੁੱਝ ਕੇ ਗਲਤ ਬਣਾਏ ਜਾ ਰਹੇ ਹੋ ਜਾਣਬੁੱਝ ਕੇ ਤੁਸੀਂ ਕਿਹਾ ਕਿ ਆ ਆਤੰਕਵਾਦੀ ਹੈਗੇ ਆ ਖਾਲਿਸਤਾਨੀ ਹੈਗੇ ਆ ਤੁਸੀਂ ਲੋਕਾਂ ਦੇ ਦਿਮਾਗ ਵਿੱਚ ਗੰਦ ਪਾਇਆ ਸਿੱਖਾਂ ਬਾਰੇ ਕਿਉਂਕਿ 2019 ਦੇ ਵਿੱਚ ਜਦ ਕੋਰੋਨਾ ਦੀ ਪਹਿਲੀ ਲਹਿਰ ਆਈ ਸੀ 20 ਦੇ ਵਿੱਚ ਸੌਰੀ ਤੁਸੀਂ ਮੁਸਲਮਾਨਾਂ ਨੂੰ ਬਦਨਾਮ ਕੀਤਾ ਸੀਗਾ ਤਬਲੀਗੀ ਜਮਾਤ ਕਹਿ ਕੇ ਅੱਤਵਾਦੀ ਕਹਿ ਕੇ ਹੁਣ ਤੁਸੀਂ ਉਸ ਵੇਲੇ ਚੁਣਾਵ ਤਾਂ ਆਪਣਾ ਪੰਜਾ ਜਮਾਨਾ ਸੀਗਾ ਦੁਬਾਰਾ ਤੁਸੀਂ ਚੁਣਾਵ ਜਦ ਆਨੇ ਸੀਗੇ ਤੁਸੀਂ ਹਿੰਦੂ ਮੁਸਲਿਮ ਹਿੰਦੂ ਸਿੱਖ ਕਰਾ ਕੇ ਆ ਤੁਸੀਂ ਦੁਬਾਰਾ ਦੱਸਣਾ ਸੀਗਾ ਬਟ ਐਵਰੀਥਿੰਗ ਵਾਸ ਸਕਸੈਸਫੁਲੀ ਫੇਲਡ। ਅੱਜ ਮੂੰਹ ਲਗਾ ਕੇ ਮਾਸਕ ਪਾ ਕੇ ਤੁਰੇ ਫਿਰਦੇ ਆ ਕਿ ਕਿਸੇ ਤਰੀਕੇ ਨਾਲ ਕੋਈ ਪਛਾਣ ਨਾ ਲਵੇ ਜਿਨ੍ਹਾਂ ਨੂੰ ਅਸੀਂ ਕਿਸ ਤਰੀਕੇ ਦੇ ਸਵਾਲ ਕੀਤੇ ਸੀ ਅੱਜ ਉਹ ਡਰਦੇ ਪਹਿਲਾਂ ਵੇਖਦੇ ਆ ਸ਼ਾਇਦ ਆ ਪਿਛਲੀ ਵਾਰ ਆ ਮੈਮ ਦੀ ਇੰਟਰਵਿਊ ਕੀਤੀ ਇਹਨੂੰ ਮੈਂ ਗਲਤ ਤਰੀਕੇ ਦੇ ਸਵਾਲ ਕੀਤੇ ਸੀ ਇਹਨੂੰ ਮੈਂ ਕਿਹਾ ਸੀ ਤੁਸੀਂ ਕਿਸਾਨ ਨਹੀਂ ਹੋ ਅੱਜ ਮੈਡਮ ਤੋਂ ਕਿਨਾਰਾ ਕਰ ਲਓ ਅੱਜ ਦੂਜਾ ਬੰਦਾ ਫੜ ਲਓ ਇਸ ਤਰੀਕੇ ਨਾਲ ਲੁਕ ਕੇ ਉਹ ਆਪਣਾ ਦਿਨ ਕੱਟ ਰਹੇ ਨੇ ਔਰ ਸਿਰਫ ਆਪਣਾ ਇੱਕ ਚੈਨਲ ਨੂੰ ਜਿਹੜੀ ਉਹਨਾਂ ਦੀ ਇੱਕ ਲੀਡ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਇੰਟਰਵਿਊ ਜ਼ਰੂਰ ਲੈਣੀ ਆ ਉਹ ਪੂਰਾ ਆਪਣਾ ਕੰਮ ਪੂਰਾ ਕਰ ਰਹੇ ਬਾਕੀ ਕੁਝ ਨਹੀਂ ਹੈਗਾ ਇਸ ਵੇਲੇ ਉਹਨਾਂ ਕੋਲੇ ਤੇ ਬਹੁਤ ਖੁਸ਼ੀ ਵੀ ਆ ਤੇ ਆਪਸ ਦੇ ਵਿੱਚ ਅਸੀਂ ਵਿਛੜ ਰਹੇ ਆ ਕਿ ਬੜੇ ਦਿਨਾਂ ਤੋਂ ਇੰਨੇ ਚਿਰਾਂ ਤੋਂ ਇਕੱਠੇ ਸੀ ਤੇ ਪਤਾ ਨਹੀਂ ਇੱਕ ਦਿਲ ਨੂੰ ਕਰਦਾ ਘਰ ਜਾਣ ਨੂੰ ਨਹੀਂ ਹੌਲ ਪੈ ਰਿਹਾ ਕਿ ਪਤਾ ਨਹੀਂ ਜਿਹੜੀਆਂ ਰੂਹਾਂ ਸਾਨੂੰ ਮਿਲੀਆਂ ਸੀ ਕਿੱਥੋਂ ਦੇ ਲੋਕ ਅਸੀਂ ਯੂਪੀ ਤੋਂ ਆ ਤੁਸੀਂ ਪੰਜਾਬ ਤੋਂ ਆ ਮੈਂ ਹੁਣੀ ਦਿੱਲੀ ਤੋਂ ਆਉਂਦੇ ਸਾਡੇ ਨਾਲ ਸੇਵਾ ਕਰ ਰਹੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਸਾਡੇ ਨਾਲ ਆ ਰਹੇ ਨੇ ਲਗਾਤਾਰ ਮਤਲਬ ਇੰਨਾ ਕੁ ਪ੍ਰੇਮ ਇੰਨਾ ਕੁ ਭਾਈਚਾਰਾ ਇੰਨਾ ਕੁ ਦਿਲ ਮਿਲ ਗਿਆ ਨਾ ਇਹਨਾਂ ਨੂੰ ਹੰਝੂ ਮਤਲਬ ਦਿਲ ਅੰਦਰੋਂ ਦਿਲ ਰੋ ਰਿਹਾ ਵਾ ਸਿਰਫ ਹੋ ਸਕਦਾ ਕਿ ਤੁਰਨ ਲੱਗੇ ਸਾਡੇ ਹੰਝੂ ਵੀ ਡਿੱਗਣੇ ਨੇ ਜ਼ਰੂਰ ਡਿੱਗਣੇ ਨੇ ਤੇ ਸ਼ਾਇਦ ਭਵਿੱਖ ਦੇ ਵਿੱਚ ਅਸੀਂ ਕਦੀ ਦੁਬਾਰਾ ਕਿੱਦਾਂ ਦਾ ਮੌਕਾ ਮਿਲੇ ਕਿ ਨਾ ਮਿਲੇ ਅਸੀਂ ਸਾਰੇ ਜਾਣੇ ਮਿਲੀਏ ਦੁਬਾਰਾ ਕਿ ਨਾ ਮਿਲੀਏ ਆ ਵੀਰੇ ਨੂੰ ਸੁਣੋ ਆ ਵੀਰਾ ਗੱਲ ਤਾਂ ਰੋ ਰਿਹਾ ਬਾਈ ਜੀ ਨਾਲ ਗੱਲਬਾਤ ਕਰ ਲੈਂਦੇ ਆ ਦੱਸਿਆ ਜਾ ਰਿਹਾ ਕਿ ਵੀ ਪਹਿਲੇ ਦਿਨ ਤੋਂ ਹੀ ਅੰਦੋਲਨ ਜਾਬ ਦੀ ਸੇਵਾ ਨਿਭਾ ਰਹੇ ਨੇ ਬਾਈ ਕੀ ਨਾਮ ਹੈ बोलो हिंदी में हिंदी में बोलो क्या कह रहे थे आप क्या नाम है मेरा नाम अब्दुल चौधरी है अब्दुल जी कब से हो यहाँ पे मैं फर्स्ट दिन से ही हूँ जिस दिन स्टार्टिंग हुई थी आंदोलन की उस दिन से ही पर आपके बारे में बड़ी बातचीत हो रही है मैडम बड़ी तारीफ कर रहे थे आपकी कि आपने बड़ी सेवा की है इस आंदोलन में दूध की सेवा की है क्या सच है ये मैम जो कह रहे हैं नहीं वो किसान थे हम भी किसान हैं ज़रूरी था करना और ज़रूरत थी दूध किसान पीता है मैंने कहा जब दूध किसान पीता है तो पिलाना भी चाहिए जहाँ तक मुझसे हुआ मैंने वहाँ तक किया तो मैं नीचे मेरा दूध आया करता था नीचे वाले भंडारे में गाजियाबाद वाले में और अब तक आया है वो लास्ट डेट और आता रहेगा 50 लीटर दूध मेरा डेली आया है यहाँ पे रोज का 50 लीटर आप यहाँ पर लगाते थे जी बाकी मुझे कोई टेंशन नहीं है उससे मुझे और फायदा हुआ है मेरी भैंसें बढ़िया घटी नहीं है किसानों को खिलाने पिलाने से मेरा फायदा हुआ है बहुत बड़ा फायदा हुआ है जी कहाँ से हो आप मैं गाजियाबाद से ही हूँ जी अभी ये आंदोलन समाप्त हो गया है सभी भाई घर जा रहे हैं अपने कैसा लग रहा है अभी अरे मुझे तो ऐसा लग रहा है मेरे घर से मेहमान जा रहे हैं बहुत दिन रुक के बड़ा अजीब लग रहा है मुझे बहुत टेंशन सी हो रही है मैंने कहा कैसे मन लगेगा फिर बाद में और मन लगेगा भी नहीं बहुत टाइम तक मन नहीं लगेगा मैं तो बहुत लोगों से बोलता हूँ सबके नंबर लेता हूँ कि यार मुझसे बातें करते रहना मन नहीं लगेगा तुम्हारे जाने के बाद में मेरा यहाँ पे दिल लग गया है बहुत ज़्यादा अपने यहाँ के बहुत अच्छे लगते हैं फिर किसानों के आगे ये किसान ही हिंदू मुस्लिम का जरा पूछो ना कि आप मुसलमान हैं मुसलमान हो जैसे मैम बोल रहे हैं जरा इनका भी हम रिप्लाई लेते हैं ना आप उसको
के बारे में बताओ, कैसे आपके मन में आई? क्योंकि अक्सर ही हमारे जो समाज में जो हमारी सरकारें हैं वो हमें धर्मों के नाम पे बांटती हैं, है ना। आप एक मुस्लिम हो के आज यहाँ पर हो, यहाँ पर सिख भी हैं और भी है ना, सिखों के साथ आप बैठे हुए हो, कैसा लग रहा है? देखो, मैं अपना पे किसान मानता हूँ, और किसानी कोई बिरादरी नहीं होती, ना ही वो हिंदू होता, ना ही वो मुसलमान होता है। किसान तो बस किसान। और पहली बार ऐसा होगा शायद कि लोग किसान के नाम पे वोट पाएंगे कि जी हम किसानों से जुड़े हुए लोग हैं और हम किसानी के हक की बात करेंगे। जब कहीं उत्तर प्रदेश में चुनाव होगा तो मुझे लगता है पहली बार ऐसा होगा कभी लोग इस बात के ऊपर वोट आएंगे जी हम किसानों के हक में लड़ाई लड़ेंगे। वरना अब से पहले लोगों ने और बातों के लिए वोट मांगी, किसानों को कभी नहीं पूछा किसी ने। अब की बार चुनाव में किसान बोलेगा। ਕਿਵੇਂ ਲੱਗ ਰਿਹਾ ਤੁਹਾਡਾ ਪਰਿਵਾਰ ਆ, ਤੁਸੀਂ ਲੋਕਲ ਹੋ, ਇੱਥੇ ਆਉਂਦੇ ਜਾਂਦੇ ਰਹੇ ਹੋਵੋਗੇ, ਬੜੀਆਂ ਯਾਦਾਂ ਜੁੜੀਆਂ ਹੋਣਗੀਆਂ 1 ਸਾਲ ਦੇ ਦੌਰਾਨ, ਪਹਿਲੇ ਦਿਨ ਤੋਂ ਅੱਜ ਕੱਲ ਨੂੰ ਚੱਲ ਜਾਣਾ ਹੈ ਸਭ ਨੇ ਵਾਪਸ, ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਹਾਏ ਵੀਰੇ, ਮੇਰੇ ਤੋਂ ਤਾਂ ਇਹ ਸਵਾਲ ਤੁਸੀਂ ਪੁੱਛੋ ਹੀ ਨਾ। ਮਤਲਬ ਜੀ ਵੀ ਭਰ ਆਏਗਾ ਤੇ ਅੱਖਾਂ ਵੀ ਭਰ ਆਣਗੀਆਂ। ਹਾਏ, ਤੁਸੀਂ ਕਿਉਂ ਪੁੱਛ ਲਿਆ ਇਹ ਸਵਾਲ? ਖੁਸ਼ੀ ਦੇ ਹੰਝੂ ਨੇ, ਕੱਢ ਦੇਣੇ ਚਾਹੀਦੇ ਨੇ, ਮਨ 'ਚ ਨਹੀਂ ਰੱਖਣੇ ਚਾਹੀਦੇ। ਕਿਉਂਕਿ ਅਸੀਂ ਸਾਰੇ ਜਿੱਦਾਂ ਵੀ ਮਤਲਬ ਜਿਹੜੇ ਵੀ ਬਾਬੇ ਹੈਗੇ ਉਹਨਾਂ ਨੂੰ ਦੇਖ ਕੇ, ਮਤਲਬ ਜਦੋਂ ਮੀਂਹ ਵੀ ਪੈਂਦਾ ਸੀਗਾ, ਠੰਡ ਵੀ ਪੈਂਦੀ ਸੀਗੀ, ਇਹਨੂੰ ਵੀ ਮੈਂ ਗੱਡੀ 'ਚ ਜਦੋਂ ਹੁਣ ਅਸੀਂ ਆ ਰਹੇ ਸੀਗੇ ਥੱਲੋਂ ਉੱਪਰ, ਤੇ ਇਹਨਾਂ ਦੀ ਵੀ ਮੈਂ ਪੁੱਛਿਆ, ਅਸੀਂ ਇਹਨੂੰ ਛੇੜਦੇ ਰਹਿੰਦੇ ਕਿ ਤੇਰਾ ਤਾਂ ਬਹੁਤ ਬੁਰਾ ਹਾਲ ਹੋਗਾ, ਕਿਉਂਕਿ ਇਹ ਦਿਨ ਰਾਤ ਬੈਠੇ ਰਹਿੰਦੇ ਨੇ ਇੱਥੇ ਇਹ ਸਾਰੇ। ਤੇ ਕਹਿੰਦੇ ਮੈਂ ਤਾਂ ਡਾਈਜੈਸਟ ਹੀ ਨਹੀਂ ਕਰ ਪਾ ਰਹਾ ਹੂੰ, ਮੈਂ ਕੱਲ ਦਾ ਦਿਨ ਜਾਂ ਪਰਸੋਂ ਦਾ ਦਿਨ ਕਿੱਦਾਂ ਰਹਿਣਾ ਇੱਥੇ। ਸਾਡਾ ਵੀ ਉਹੀ ਹਾਲ ਹੈਗਾ। ਮਤਲਬ ਲਿਟਰਲੀ ਆਹ ਸਹੀ ਗੱਲ ਹੈਗੀ ਆ ਕਿ ਸਾਡੇ ਘਰੇ ਮਹਿਮਾਨ ਆਏ ਨੇ ਔਰ ਇੰਨਾ ਦਿਲ ਲੱਗਿਆ ਕਿ ਜਿੱਦਾਂ ਕਹਿੰਦੇ ਤੁਸੀਂ ਕਿਤੇ ਆ ਕੇ ਆਪਣਾ ਪਰਿਵਾਰ ਸਮਝ ਕੇ ਬਹਿ ਗਏ ਹੋ, ਸਾਡਾ ਦਿਲ ਨਹੀਂ ਲੱਗਣਾ। ਹੋਰ ਮੈਂ ਦਿੱਲੀ ਤੋਂ ਤਾਂ ਨਹੀਂ ਹੈਗੀ, ਮੈਂ ਪੰਜਾਬ ਅੰਮ੍ਰਿਤਸਰ ਤੋਂ ਪਿੱਛੋਂ ਹੈਗੀ ਹਾਂ। ਮੇਰਾ ਬਰਥ ਕਿਤੇ ਹੋਰ ਹੋਇਆ ਸੀਗਾ, ਸਾਡੀ ਫੈਮਿਲੀ ਪਿੱਛੋਂ ਪੰਜਾਬ ਦੀ ਆ, ਲੇਕਿਨ ਦਿੱਲੀ ਸਟੱਡੀ ਕਰ ਰਹੇ ਸੀਗੇ, ਹੁਣ ਇੱਥੇ ਹੀ ਸੈਟਲ ਆ। ਲੇਕਿਨ ਇਹੀ ਹੈ ਗਿਆ ਕਿ ਘਰ ਵਾਪਸ ਆਪਣੇ ਰਿਸ਼ਤੇਦਾਰ ਜਾਂ ਆਪਣਾ ਪਰਿਵਾਰ ਵਾਪਸ ਜਾ ਰਿਹਾ, ਬਹੁਤ ਔਖਾ ਹੈਗਾ ਬਹੁਤ। ਲੇਕਿਨ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਦਿਸ ਇਜ਼ ਨਾਟ ਗੋਇੰਗ ਟੂ ਬੀ ਆਰ ਫਸਟ ਅੰਦੋਲਨ ਐਂਡ ਲਾਸਟ। ਜੇ ਫਸਟ ਤੇ ਹੈ ਲੇਕਿਨ ਇਹ ਲਾਸਟ ਨਹੀਂ ਹੋਏਗਾ। ਜੇ ਅੱਗੇ ਵੀ ਇੱਦਾਂ ਦੀ ਕੋਈ ਗੱਲ ਹੋਏਗੀ ਤਾਂ ਮੈਨੂੰ ਲੱਗਦਾ ਜਿੱਦਾਂ ਇਹਨਾਂ ਨੇ ਕਿਹਾ ਕਿ ਕਿਸਾਨ ਕੇ ਨਾਮ पे भी वोट लिए जाएंगे, और किसान सिर्फ किसान नहीं होएगा। अगर कोई आंदोलन आएगा ना जहाँ देश की बात आएगी, जहाँ बात आएगी यूथ की, युवा की, वहाँ एक साथ हाथ से हाथ कंधे से कंधा मिला के खड़ा रहेगा ये किसान देश का। क्योंकि किसान ने जो करके दिखाया वो किसी में हिम्मत नहीं थी जो कर पाता। जी। ਤਾਂ ਇੱਥੇ ਨਾ ਸਾਡੇ ਬਾਈ ਹੈਰੀ ਜੀ ਮੌਜੂਦ ਨੇ, ਬੜੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਹੈਰੀ, ਕਿਵੇਂ ਲੱਗ ਰਿਹਾ ਅੱਜ ਜਿੱਤ ਹੋਈ ਹੈ ਇਤਿਹਾਸਿਕ, ਐਡਾ ਸੋਹਣਾ ਪਰਿਵਾਰ ਸੀਗਾ, ਅੱਜ ਕੱਲ ਨੂੰ ਚੱਲ ਜਾਣਾ ਹੈ ਵਾਪਸ, ਹੈ ਨਾ? ਜਿੱਤ ਹੋਈ ਆ, ਖੁਸ਼ੀ ਵੀ ਹੈਗੀ ਬਹੁਤ। ਇੱਕ ਛੱਡ ਕੇ ਜਾਣਾ ਉਸ ਚੀਜ਼ ਦਾ ਵੀ ਦੁੱਖ ਹੈਗਾ ਮਨ 'ਚ, ਤੇ ਥੋੜਾ ਜਿਹਾ ਅਜੀਬ ਲੱਗ ਰਿਹਾ ਜਿਵੇਂ ਟੈਂਟ ਖੁੱਲ ਰਹੇ ਆ ਤੇ ਬਈ ਜਾ ਰਹੇ ਆ ਦੁਬਾਰਾ, ਖਬਰਾਂ ਕਦ ਮਿਲਣਾ ਨਹੀਂ ਮਿਲਣਾ, ਇਹ ਚੀਜ਼ ਦਾ ਬਹੁਤ ਉਹ ਹੋ ਰਿਹਾ। ਇੰਜ ਨਹੀਂ ਲੱਗ ਰਿਹਾ ਯਾਰ ਜਿਵੇਂ 47 ਵੇਲੇ ਪਹਿਲਾਂ ਚੱਲ ਗਏ ਸੀ ਆਦੇ ਭਾਈ, ਹੈ ਨਾ ਉੱਧਰ? ਐਵੇਂ ਹੀ ਲੱਗ ਰਿਹਾ ਜੀ ਜਿਵੇਂ ਪਾਕਿਸਤਾਨ ਤੋਂ ਜਦ ਪੰਜਾਬ ਵਿਛੜਿਆ ਸੀ, ਅੱਜ ਵੀ ਉਹੀ ਹਿਸਾਬ ਕਿਤਾਬ ਬਣ ਰਿਹਾ ਕਿ ਦੁਬਾਰਾ ਪੰਜਾਬ ਬੈਠਾ ਹੈ, ਇੱਕ ਪਾਸੇ ਹਰਿਆਣਾ ਬੈਠਾ ਹੈ ਨਾ, ਯੂਪੀ ਉੱਤਰਾਖੰਡ ਬੈਠਾ। ਹਾਂਜੀ ਹਾਂਜੀ, ਉਵੇਂ ਹੀ ਇਹੀ ਚੀਜ਼ ਫੀਲ ਹੋ ਰਹੀ ਆ ਕਿ ਖਬਰਾਂ ਹੁਣ ਕਦ ਮਿਲਣਾ ਕਦ ਨਹੀਂ ਮਿਲਣਾ, ਬਹੁਤ ਔਖਾ ਹੋਇਆ ਇਸ ਚੀਜ਼ ਲਈ। ਤਾਂ ਸੋ ਇਹ ਸੀ ਗਾਜ਼ੀਆਬਾਦ ਬਾਰਡਰ ਦਾ ਤੇ 1 ਸਾਲ ਸੰਘਰਸ਼ ਦਾ ਦੌਰਾਨ ਕੀ ਸਫ਼ਰ ਹੋਇਆ, ਕਿਹੜੀਆਂ ਤਕਲੀਫਾਂ ਲੰਘੀਆਂ। ਡਾਕਟਰ ਰੀਤੂ ਸੋਸ਼ਲ ਐਕਟੀਵਿਟੀ ਨੇ ਜੋ ਸਾਨੂੰ ਪੂਰੀ ਸੰਖੇਪ ਦੇ ਵਿੱਚ ਇਸ ਬਾਰੇ ਦੱਸਿਆ। ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਰਾਜਦੀਪ ਸਿੰਘ ਭੁੱਲਰ, ਔਨ 에ਅਰ।